ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਅੱਜ ਆਪਾਂ ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 367 ਦੇ ਉੱਪਰ ਅੰਕਿਤ ਆਸਾ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਚੱਲ ਰਹੀ ਹੈ। ਉਹਨਾਂ ਦੇ ਉਚਾਰਨ ਕੀਤੇ ਹੋਏ ਸ਼ਬਦ ਨੇ। ਆਸਾ ਮਹੱਲਾ ਚੌਥਾ। ਆਸਾ ਰਾਗ ਦੇ ਵਿੱਚ 57ਵਾਂ ਸ਼ਬਦ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ 5ਵਾਂ ਸ਼ਬਦ ਹੈ। ਗੁਣ ਗਾਵਾਂ ਗੁਣ ਬੋਲੀ ਬਾਣੀ। ਸਤਿਗੁਰੂ ਜੀ ਕਹਿੰਦੇ, ਮੈਂ ਆਪਣੇ ਜੀਵਨ ਵਿੱਚ ਰੱਬ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹਾਂ। ਗੁਰਮਤਿ ਅਨੁਸਾਰ ਰੱਬ ਦੇ ਗੁਣਾਂ ਨੂੰ ਗਾਉਣ ਦਾ ਤਰੀਕਾ ਹੈ ਗੁਣਾਂ ਵਾਲਾ ਪ੍ਰੈਕਟੀਕਲ ਜੀਵਨ ਜਿਉਣਾ। ਇਸ ਭਾਵਨਾ ਵਿੱਚ ਕਿ ਗੁਣ ਵਾਹਿਗੁਰੂ ਜੀ ਦੇ ਦਿੱਤੇ ਹੋਏ ਨੇ, ਸ਼ੁਕਰਾਨੇ ਵਜੋਂ ਉਹਨਾਂ ਗੁਣਾਂ ਨੂੰ ਪਰਉਪਕਾਰ ਲਈ ਵਰਤਣਾ ਹੈ। ਤੇ ਬੋਲੀ ਬਾਣੀ, ਮਨ ਦੇ ਅੰਦਰ ਰੱਬੀ ਉਪਦੇਸ਼ ਦੀਆਂ ਵਿਚਾਰਾਂ, ਰੱਬ ਦੇ ਗੁਣਾਂ ਦੀਆਂ ਵਿਚਾਰਾਂ, ਰੱਬ ਦੀਆਂ ਬਖਸ਼ਿਸ਼ਾਂ ਬਾਰੇ ਵਿਚਾਰਾਂ, ਉਹਨੂੰ ਕਹਿੰਦੇ ਨੇ ਬਾਣੀ ਬੋਲਣੀ। ਕਹਿਣ ਲੱਗੇ, ਮੈਂ ਗੁਣਾਂ ਵਾਲਾ ਜੀਵਨ ਜਿਉਂ ਕੇ ਗੁਣਾਂ ਦੇ ਸ਼ੁਕਰਾਨੇ ਵਿੱਚ ਉਹਨਾਂ ਗੁਣਾਂ ਨੂੰ ਦੂਜਿਆਂ ਲਈ ਵਰਤਦਾ ਹਾਂ ਤੇ ਰੱਬ ਦੇ ਗੁਣਾਂ ਦੀ, ਰੱਬੀ ਉਪਦੇਸ਼ ਦੀ ਵਿਚਾਰ ਕਰਦਾ ਰਹਿੰਦਾ ਹਾਂ। ਯਾਨੀ ਆਪਣੇ ਤੇ ਗੱਲ ਲਾ ਕੇ ਸਾਨੂੰ ਸਿਖਾ ਰਹੇ ਨੇ ਜਿਉਣਾ ਕਿਵੇਂ ਹੈ। ਗੁਰਮੁਖ ਹਰ ਗੁਣ ਆਖ ਵਖਾਣੀ। ਗੁਰੂ ਸਾਹਿਬ ਜੀ ਦੇ ਮੁਖ ਵਿੱਚੋਂ ਨਿਕਲੇ ਹੋਏ ਜਿਹੜੇ ਉਪਦੇਸ਼ ਨੇ, ਜਦੋਂ ਉਹਨਾਂ ਨੂੰ ਮੰਨਦੇ ਹਾਂ, ਪ੍ਰੈਕਟੀਕਲ ਜੀਵਨ ਵਿੱਚ ਅਪਲਾਈ ਕਰਾਂਗੇ ਤੇ ਰੱਬ ਦੇ ਗੁਣ ਜਿਹੜੇ ਨੇ ਉਹ ਚੰਗੇ ਲੱਗਦੇ ਨੇ। ਗੁਣਾਂ ਵਾਲਾ ਜੀਵਨ ਹੁੰਦਾ ਹੈ ਤੇ ਜਿਸ ਤਰ੍ਹਾਂ ਦਾ ਜੀਵਨ ਹੁੰਦਾ ਹੈ ਉਸ ਤਰ੍ਹਾਂ ਦੀਆਂ ਫਿਰ ਵਿਚਾਰਾਂ ਅੰਦਰੋਂ ਨਿਕਲਦੀਆਂ ਨੇ। ਉਹ ਫਿਰ ਰੱਬ ਦੇ ਗੁਣਾਂ ਦੀ ਜਿਹੜੀ ਆਖ ਵਖਾਣੀ, ਹੋਰਨਾਂ ਨੂੰ ਪ੍ਰੇਰਿਤ ਕਰਨਾ। ਆਖ ਵਖਾਣਾ ਹੁੰਦਾ ਹੈ ਹੋਰਨਾਂ ਨੂੰ ਪ੍ਰੇਰਿਤ ਕਰਨਾ। ਇੱਕ ਜੀਵਨ ਹੈ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ। ਉਹਦੇ ਗੁਣਾਂ ਨਾਲ ਪਰਉਪਕਾਰ ਕਰਨਾ, ਰੱਬੀ ਉਪਦੇਸ਼ ਦੀਆਂ ਵਿਚਾਰਾਂ ਕਰਨੀਆਂ, ਰੱਬ ਦੀਆਂ ਬਖਸ਼ਾਂ ਦੀਆਂ ਵਿਚਾਰਾਂ ਸਾਂਝੀਆਂ ਕਰਨੀਆਂ, ਗੁਰੂ ਪਾਤਸ਼ਾਹ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਪ੍ਰੈਕਟੀਕਲ ਜੀਵਨ ਵਿੱਚ ਅਪਲਾਈ ਕਰਨਾ ਤੇ ਉਹਦੇ ਗੁਣਾਂ ਨੂੰ ਜਿਉਣ ਦੇ ਲਈ ਹੋਰਨਾਂ ਨੂੰ ਪ੍ਰੇਰਿਤ ਕਰਨਾ। ਜਪ ਜਪ ਨਾਮ ਮਨ ਭਇਆ ਆਨੰਦਾ। ਇਸ ਤਰ੍ਹਾਂ ਜਿਹੜਾ ਪਿੱਛੇ 2 ਪੰਕਤੀਆਂ ਵਿੱਚ ਦੱਸਿਆ ਗਿਆ, ਇੱਦਾਂ ਜੀਵਨ ਜਿਉਣ ਦੀ ਯੋਗਤਾ ਆ ਗਈ ਤੇ ਜ਼ਿੰਦਗੀ ਜਪ ਬਣ ਜਾਂਦੀ ਹੈ। ਉਹਨੇ ਜਪਿਆ ਕਿ ਉਹਨੇ ਜਪਿਆ ਗਿਆਨ ਰੂਪੀ ਨਾਮ, ਉਪਦੇਸ਼ ਨੂੰ ਜਪਿਆ। ਜਿਉਂ-ਜਿਉਂ ਮਨ ਉਪਦੇਸ਼ ਨੂੰ ਮੰਨੇਗਾ, ਮਨ ਵਿੱਚ ਇੱਕ ਸੰਤੁਸ਼ਟੀ ਪੈਦਾ ਹੋਏਗੀ, ਸ਼ੁਕਰਾਨਾ ਪੈਦਾ ਹੋਏਗਾ, ਰੱਬ ਦੀ ਮਿੱਠੀ ਮਿੱਠੀ ਯਾਦ ਪੈਦਾ ਹੋਏਗੀ। ਉਹ ਆਨੰਦ ਹੈ, ਉਹ ਆਨੰਦ ਬਣ ਗਿਆ। ਬਣਿਆ ਕਿਵੇਂ? ਸਤ ਸਤ ਸਤਿਗੁਰ ਨਾਮ ਦਿਰੜਾਇਆ, ਰਸ ਗਾਏ ਗੁਣ ਪਰਮਾਨੰਦਾ ਰਹਾਉ। ਜੋ ਰੱਬ ਦਾ ਰੂਪ ਹੈ, ਸੱਚਾ ਗਿਆਨ ਹਰ ਵਰਤਾਰੇ ਵਿੱਚ ਸਿੱਖਣ ਦੀ ਬਿਰਤੀ ਹੋਵੇ, ਹਰ ਵਰਤਾਰੇ ਵਿੱਚੋਂ ਸਿੱਖਿਆ ਜਾਂਦਾ ਹੈ। ਤੇ ਜਦੋਂ ਗੁਰਬਾਣੀ ਨੂੰ ਸਿੱਖਣ ਦੀ ਬਿਰਤੀ ਨਾਲ ਅਸੀਂ ਪੜ੍ਹਾਂਗੇ, ਫਿਰ ਸਮਝ ਪਵੇਗੀ ਗੁਰੂ ਸਾਹਿਬ ਕਹਿ ਕੀ ਰਹੇ ਨੇ। ਉਹ ਜਿਹੜੀ ਆਵਾਜ਼ ਹੈ ਉਹ ਸਤਿਗੁਰ ਸਰੂਪ ਹੈ, ਉਹ ਸੱਚਾ ਗਿਆਨ ਸਦੀਵੀ ਹੈ, ਸੱਤ ਹੈ, ਸੱਤ ਦੇ ਅਰਥ ਸਦੀਵੀ। ਉਸ ਨੂੰ ਮੰਨਣਾ ਹੀ ਦ੍ਰਿੜ ਕਰਨਾ ਹੈ। ਜਦੋਂ ਮੰਨਣ ਦੀ ਆਦਤ ਬਣ ਗਈ, ਮੰਨਣ ਦਾ ਇੱਕ ਰਸ ਆ ਗਿਆ, ਮੰਨਣ ਦੇ ਵਿੱਚ ਹੀ ਇੱਕ ਸੰਤੁਸ਼ਟੀ ਆ ਗਈ, ਉਹ ਜਿਹੜਾ ਰਸ ਹੈ, ਉਸ ਰਸ ਦੇ ਨਾਲ ਗੁਣਾਂ ਵਾਲਾ ਜੀਵਨ ਚੰਗਾ ਲੱਗਣ ਲੱਗ ਪਿਆ। ਜਿਹੜੀ ਪਹਿਲਾਂ ਚਾਪਲੂਸੀ ਚੰਗੀ ਲੱਗਦੀ ਸੀ, ਚੁਸਤ ਚਲਾਕੀਆਂ ਚੰਗੀਆਂ ਲੱਗਦੀਆਂ ਸੀ, ਫਿਰ ਉਹਨੂੰ ਸ਼ੁੱਧ ਸੋਚ ਵਾਲਾ, ਬਿਨਾਂ ਕਿਸੇ ਦੀ ਮੁਥਾਜੀ ਤੇ ਬਿਨਾਂ ਕਿਸੇ ਦੀ ਚਾਪਲੂਸੀ ਵਾਲਾ ਜੀਵਨ ਚੰਗਾ ਲੱਗਣ ਲੱਗ ਪਿਆ। ਉਹ ਜਿਉਂ-ਜਿਉਂ ਗੁਣ ਆਏ, ਉਹਦੇ ਨਾਲ ਅੰਦਰ ਪਰਮ ਆਨੰਦ ਪੈਦਾ ਹੋ ਗਿਆ ਤੇ ਪਰਮ ਆਨੰਦ ਦੇ ਦਾਤੇ ਵਾਹਿਗੁਰੂ ਜੀ ਹਰ ਵੇਲੇ ਹਾਜ਼ਰ ਨਾਜ਼ਰ ਮਹਿਸੂਸ ਹੋਣ ਲੱਗ ਪਏ। ਰਹਾਉ, ਇਹ ਸੈਂਟਰਲ ਆਈਡੀਆ ਹੈ ਸ਼ਬਦ ਦਾ। ਹਰ ਗੁਣ ਗਾਵੈ ਹਰ ਜਨ ਲੋਗਾ। ਹਰ ਜਨ ਲੋਗਾ, ਹਰੀ ਦੇ ਜਨ, ਹਰੀ ਦੇ ਚਾਕਰ, ਲੋਕ, ਸੇਵਕ, ਜਿਹੜੇ ਰੱਬ ਦੇ ਚਾਕਰ ਹੁੰਦੇ ਨੇ,
ਉਹ ਰੱਬ ਦੇ ਗੁਣਾਂ ਦੇ ਨਾਲ ਪਰਉਪਕਾਰ ਕਰਦੇ ਨੇ। ਪਰਉਪਕਾਰ ਕਰਨ ਨੂੰ ਰੱਬ ਦੇ ਗੁਣਾਂ ਨੂੰ ਗਾਉਣਾ ਹੈ। ਗੁਰਬਾਣੀ ਅੰਦਰ ਕਿਹਾ ਨਾ, ਮੱਛੀ ਵਾਂਗੂ ਗਾਇਆ ਕਰ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਵਿਦ ਜਲ ਕੋ ਮੀਨ। ਮੱਛੀ ਪਾਣੀ ਦੇ ਬਿਨਾਂ ਤੜਫਦੀ ਹੈ, ਮਰ ਜਾਂਦੀ ਹੈ। ਲੋਕ ਉਸ ਦੀ ਚਰਚਾ ਕਰਦੇ ਨੇ। ਲੋਕ ਜਦੋਂ ਇਹ ਚਰਚਾ ਕਰਦੇ ਨੇ ਕਿ ਮੱਛੀ ਦੀ ਪਾਣੀ ਨਾਲ ਪ੍ਰੀਤ ਗੂੜੀ ਹੈ, ਉਹਦਾ ਜੀਵਨ ਪ੍ਰੀਤ ਨੂੰ ਗਾ ਰਿਹਾ ਕਿ ਪ੍ਰੀਤ ਕੀ ਹੁੰਦੀ ਹੈ। ਇਸ ਲਈ ਜਿਹੜੇ ਹਰੀ ਦੇ ਜਨ ਨੇ, ਰੱਬ ਦੇ ਲੋਕ ਨੇ, ਰੱਬ ਦੇ ਭਗਤ ਨੇ, ਰੱਬ ਦੇ ਲਈ, ਗੁਰੂ ਪਿਤਾ ਜੀ ਦੇ ਲਈ ਆਪਾ ਵਾਰਦੇ ਨੇ, ਉਹ ਰੱਬੀ ਗੁਣਾਂ ਦੇ ਨਾਲ ਪਰਉਪਕਾਰ ਕਰਦੇ ਨੇ। ਉਹਨਾਂ ਦੇ ਜੀਵਨ ਵਿੱਚੋਂ ਪਤਾ ਲੱਗਦਾ ਕਿ ਪਰਉਪਕਾਰ ਕੀ ਹੁੰਦਾ। ਉਸ ਨੂੰ ਕਹਿੰਦੇ ਨੇ ਗੁਣ ਗਾਉਣੇ। ਵੱਡਾ ਭਾਗ ਪਾਏ ਹਰ ਨਿਰਜੋਗਾ। ਸਾਡੇ ਅੰਦਰ ਚੰਗੀ ਸੋਚ, ਚੰਗੇ ਵਿਚਾਰ, ਸ਼ੁੱਧ ਜਜ਼ਬਾ, ਚੰਗੀ ਭਾਵਨਾ, ਸ਼ੁੱਧ ਨੀਅਤ, ਗੁਣ, ਇਹ ਵੱਡੇ ਭਾਗ ਨੇ। ਜਿਉਂ-ਜਿਉਂ ਗੁਣਾਂ ਵਾਲਾ ਜੀਵਨ ਹੋਏਗਾ, ਚੰਗੀ ਵਿਚਾਰਧਾਰਾ, ਸ਼ੁੱਧ ਸੋਚ ਵਾਲਾ ਜੀਵਨ ਹੋਏਗਾ, ਤੇ ਜੋ ਰੱਬ ਸੱਚਾ ਗਿਆਨ ਬਣ ਕੇ, ਗੁਣ ਬਣ ਕੇ ਹਰ ਥਾਂ ਤੇ ਨਿਰਲੇਪ ਹੈ, ਸ਼ਕਤੀਆਂ ਬਣ ਕੇ ਵੀ, ਨੈਚੁਰਲ ਫੋਰਸਿਸ ਬਣ ਕੇ। ਦੇਖੋ, ਬੂਟਾ ਹੈ, ਬੂਟੇ ਵਿੱਚੋਂ ਫੁੱਲ ਨਿਕਲਦਾ ਹੈ। ਰੰਗ ਕੌਣ ਭਰ ਗਿਆ? ਉਹ ਸ਼ਕਤੀ ਉਹਦੇ ਅੰਦਰ ਹੀ ਹੈ। ਧੁੱਪ ਵਿੱਚ ਵੀ ਸ਼ਕਤੀ ਹੈ ਜਿਹੜੀ ਉਹਨੂੰ ਖੁਰਾਕ ਦੇ ਰਹੀ ਹੈ, ਹਵਾ ਵਿੱਚ ਵੀ ਸ਼ਕਤੀ ਹੈ, ਪਾਣੀ ਵਿੱਚ ਵੀ, ਮਿੱਟੀ ਵਿੱਚ ਵੀ। ਕਦੀ ਕਦਾਈ ਹਨੇਰੀ ਚੱਲਦੀ ਹੈ, ਫੁੱਲਾਂ ਨੂੰ ਮਿੱਟੀ ਘੱਟੇ ਨਾਲ ਭਰ ਦਿੰਦੀ ਹੈ, ਪਰ ਉਹ ਸ਼ਕਤੀ ਨੂੰ ਨਹੀਂ ਮੈਲਾ ਕਰ ਸਕਦੀ। ਉਹ ਨਿਰਲੇਪ ਹੈ। ਜਿਸ ਨੂੰ ਹਾਜ਼ਰ ਨਾਜ਼ਰ ਹਰ ਵੇਲੇ ਮਹਿਸੂਸ ਹੋਣ ਲੱਗ ਪਿਆ, ਉਹਨਾਂ ਨੇ ਉਸ ਨੂੰ ਪਾ ਲਿਆ। ਗੁਣ ਬੇਹੂਣ ਮਾਇਆ ਮਲ ਧਾਰੀ। ਅੰਦਰ ਅਗਰ ਗੁਣ ਨਹੀਂ ਹੈ, ਨਿਮਰਤਾ ਨਹੀਂ ਹੈ, ਹਉਮੈ ਵਿੱਚ ਜਿਉਂਦੇ ਹਾਂ, ਸਹਿਨਸ਼ੀਲਤਾ ਨਹੀਂ ਹੈ, ਕ੍ਰੋਧੀ ਬਣ ਕੇ ਜਿਉਂਦੇ ਹਾਂ, ਸਬਰ ਸੰਤੋਖ ਨਹੀਂ ਹੈ, ਲੋਭੀ ਬਣ ਕੇ ਜਿਉਂ ਰਹੇ ਹਾਂ, ਸਵਾਰਥੀ ਬਣ ਕੇ ਜਿਉਂ ਰਹੇ ਹਾਂ। ਤੇ ਗੁਣਾਂ ਤੋਂ ਬਿਨਾਂ ਜਿਹੜੀ ਹੈ ਨਾ, ਇਹ ਦੂਸਰੇ ਪਾਸੇ ਦੀ ਖਿੱਚ ਜਿਹੜੀ ਹੈ ਉਹ ਮਾਇਆ ਹੈ, ਤੇ ਇਹ ਮੈਲ ਪੈਦਾ ਕਰ ਦਿੰਦੀ ਹੈ ਅੰਦਰ। ਵਿਚਾਰ ਮੈਲੇ ਹੋ ਜਾਂਦੇ ਨੇ, ਸੋਚ ਮੈਲੀ ਹੁੰਦੀ ਹੈ, ਫੈਸਲੇ ਮੈਲੇ ਨੇ। ਬੈਣ ਗੁਣ ਜਨਮ ਮੂਏ ਅਹੰਕਾਰੀ। ਤੇ ਗੁਣਾਂ ਤੋਂ ਬਿਨਾਂ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਹੰਕਾਰ ਵਿੱਚ ਹੁੰਦਾ। ਉਹਨਾਂ ਨੂੰ ਲੱਗਦਾ ਸਾਡਾ ਸੁਭਾਅ ਪਰਫੈਕਟ ਹੈ, ਸਾਡੀ ਸੋਚ ਪਰਫੈਕਟ ਹੈ। ਸੁਣਨਾ ਨਹੀਂ ਚਾਹੁੰਦੇ, ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ। ਤੇ ਇਹ ਜਨਮ ਜਿਹੜਾ ਹੈ ਨਾ, ਜਨਮ ਮੂਏ, ਅੰਦਰ ਜਨਮ ਮਰਨ ਚੱਲ ਰਿਹਾ। ਗੁਣ ਮਰਦੇ ਨੇ, ਔਗਣ ਜਨਮ ਲੈਂਦੇ ਨੇ। ਕਦੀ ਔਗਣ ਮਰ ਜਾਂਦੇ, ਗੁਣ ਜਨਮ ਲੈਂਦੇ, ਕਦੀ ਇੱਧਰ ਕਦੀ ਉੱਧਰ ਭਟਕਣਾ ਵਿੱਚ ਜੀਵਨ ਜਿਉਂਦੇ ਨੇ। ਸਰੀਰ ਸਰੋਵਰ ਗੁਣ ਪ੍ਰਗਟ ਕੀਏ। ਤੇ ਜਦੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ, ਅੰਦਰ ਪਿਆਰ, ਜਜ਼ਬਾ, ਗੁਰਬਾਣੀ ਦੇ ਨਾਲ ਪ੍ਰੀਤ ਬਣਦੀ ਹੈ, ਤੇ ਸਰੀਰ ਦੇ ਅੰਦਰ ਹੀ ਸਰੋਵਰ ਸਮਝ ਆ ਜਾਂਦਾ ਹੈ। ਉਹ ਕਿਹੜਾ ਸਰੋਵਰ? ਜਪਜੀ ਸਾਹਿਬ ਦੀ 20ਵੀਂ ਪੌੜੀ ਵਾਲਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਇੱਕ ਹੋਰ ਗੁਰੂ ਪਾਤਸ਼ਾਹ ਦਾ ਵਿਚਾਰ ਹੈ, ਤੀਰਥ ਨਹਾਵਣ ਜਾਉ। ਕਹਿੰਦੇ ਮੈਂ ਜਾਣਾ, ਪਰ ਉਹ ਤੀਰਥ ਮੇਰੇ ਅੰਦਰ ਹੈ। ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ, ਰੱਬੀ ਉਪਦੇਸ਼ ਨੂੰ ਵਿਚਾਰਨਾ, ਮੰਨਣਾ, ਅੰਦਰੋਂ ਆਦਤਾਂ ਨੂੰ ਬਦਲਣਾ, ਇਹ ਅੰਦਰਲਾ ਸਰੋਵਰ ਹੈ। ਅੰਦਰੋਂ ਹੀ ਫਿਰ ਗੁਣ ਪ੍ਰਗਟ ਹੁੰਦੇ ਨੇ। ਸਰੀਰ ਸਰੋਵਰ ਗੁਣ ਪ੍ਰਗਟ ਕੀਏ। ਨਾਨਕ ਗੁਰਮੁਖ ਮਤ ਤਤ ਕੱਢੀਏ। ਇਹ ਨਾਨਕ ਜੀ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਜਿਹੜੇ ਉਪਦੇਸ਼ ਨੇ, ਉਹਨਾਂ ਵਿੱਚ ਗੁਰੂ ਪਾਤਸ਼ਾਹ ਦੀ ਸੋਚ ਹੈ। ਫਿਰ ਉਹ ਅਸਲੀ ਸੋਚ ਤੇ ਅਸਲੀ ਜੀਵਨ, ਮਤ ਤਤ ਸਮਝ ਆਉਂਦੀ ਹੈ। ਜਿਉਣਾ ਕਿਵੇਂ ਕੱਢੀਏ, ਉਹ ਅਸਲੀ ਨਿਚੋੜ ਕੱਢ ਲਿਆ ਉਹਨਾਂ ਨੇ। ਉਹਨਾਂ ਨੂੰ ਅਸਲੀਅਤ ਪਤਾ ਲੱਗ ਗਈ। ਆਸਾ ਮਹੱਲਾ ਚੌਥਾ, ਅਗਲਾ ਸ਼ਬਦ ਆਸਾ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ। ਨਾਮ ਸੁਣੀ ਨਾਮੋ ਮਨ ਭਾਵੈ। ਜਦੋਂ ਰੱਬੀ ਉਪਦੇਸ਼ ਨੂੰ ਮਨ ਸੁਣਨ ਲੱਗ ਜਾਵੇ ਤੇ ਮਨ ਨੂੰ ਚੰਗੇ ਲੱਗਣ ਲੱਗ ਜਾਣ, ਮਨ ਦੇ ਅੰਦਰ ਮੰਨਣ ਦੀ ਭਾਵਨਾ ਪੈਦਾ ਹੋ ਜਾਵੇ। ਵੱਡਾ ਭਾਗ ਗੁਰਮੁਖ ਹਰਿ ਪਾਵੈ। ਆਪਣੇ ਆਪ ਗੁਣਾਂ ਵਾਲਾ, ਚੰਗੇ ਵਿਚਾਰ, ਚੰਗੀ ਸੋਚ ਵਾਲਾ ਵੱਡਾ ਭਾਗ ਬਣਦਾ ਜਾਂਦਾ। ਤੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਇਸ ਉਪਦੇਸ਼ ਨੂੰ ਜਿਉਣ ਵਾਲਾ
ਜੀਵਨ ਗੁਰਮੁਖ ਬਣ ਜਾਂਦਾ ਹੈ ਤੇ ਉਹਨੂੰ ਹਰ ਵੇਲੇ ਰੱਬ ਦੀ ਭੈ ਭਾਵਨੀ, ਉਹ ਜੋ ਰੱਬੀ ਸ਼ਕਤੀ ਹੈ ਉਸ ਦੇ ਭੈ ਭਾਵਨੀ ਵਿੱਚ ਜਿਉਂਦਾ ਹੈ। ਇਸ ਸਮੁੱਚੇ ਸੰਸਾਰ ਨੂੰ, ਸਮੁੱਚੇ ਯੂਨੀਵਰਸ ਨੂੰ ਉਹਦਾ ਰੂਪ ਸਮਝਦਾ ਹੈ। ਇਹ ਉਸ ਨੂੰ ਪ੍ਰਾਪਤੀ ਹੁੰਦੀ ਹੈ। ਨਾਮ ਜਪਹੁ ਗੁਰਮੁਖ ਪਰਗਾਸਾ। ਗੁਰੂ ਸਾਹਿਬ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਜਿਹੜੇ ਨੇ, ਉਹਨੂੰ ਜਿਉਣਾ ਹੀ ਜਪਣਾ ਹੈ। ਉਹਦੇ ਨਾਲ ਤੈਨੂੰ ਸੋਝੀ ਵੀ ਆਏਗੀ, ਆਨੰਦ ਵੀ ਆਏਗਾ। ਪ੍ਰਗਾਸਾ ਨਾਮ ਬਿਨਾ ਮੈਂ ਧਰ ਨਹੀਂ ਕਾਈ, ਨਾਮ ਰਵਿਆ ਸਭ ਸਾਸ ਗਿਰਾਸਾ। ਰਹਾਓ ਰੱਬੀ ਉਪਦੇਸ਼ ਨੂੰ ਮੰਨਣ ਤੋਂ ਬਿਨਾਂ ਕੋਈ ਹੋਰ ਓਟ ਆਸਰਾ ਨਹੀਂ। ਸੁਭਾਅ ਨਹੀਂ ਬਦਲੇਗਾ ਜਿੰਨਾ ਚਿਰ ਮੰਨੇਗਾ ਨਹੀਂ। ਉਹ ਜੋ ਰੱਬੀ ਉਪਦੇਸ਼ ਹੈ, ਉਹ ਜੋ ਨਾਮ ਹੈ, ਗਿਆਨ ਰੂਪੀ ਨਾਮ, ਸੱਚਾ ਗਿਆਨ ਰਵਿਆ ਹਰ ਥਾਂ ਤੇ ਹੈ। ਉਸ ਨੂੰ ਹਰ ਵੇਲੇ ਮਹਿਸੂਸ ਕਰਨਾ ਹੈ। ਗੁਰਬਾਣੀ ਦੀਆਂ ਸਿੱਖਿਆਵਾਂ ਨੇ ਅੰਦਰੋਂ ਗੂੰਜਣਾ ਹੈ। ਸੱਚਾ ਗਿਆਨ ਬਣ ਕੇ, ਗਿਆਨ ਰੂਪੀ ਨਾਮ ਬਣ ਕੇ, ਤੇ ਵਰਤਾਰਿਆਂ ਦੇ ਵਿੱਚੋਂ ਸਿੱਖਿਆ ਬਣ ਕੇ ਉਹ ਸੱਚੇ ਨਾਮ ਨੇ, ਸੱਚੇ ਗਿਆਨ ਨੇ ਪ੍ਰਗਟ ਹੋਣਾ ਹੈ ਤੇ ਹਰ ਪਲ, ਹਰ ਛਿਨ ਉਸ ਦੇ ਰਸ ਵਿੱਚ ਜਿਉਣਾ ਹੈ। ਰਹਾਓ ਸੈਂਟਰਲ ਆਈਡੀਆ ਸ਼ਬਦ ਹੈ। ਨਾਮੈ ਸੁਰਤ ਸੁਨੀ ਮਨ ਭਾਈ। ਜਦੋਂ ਸੁਰਤ ਨੇ, ਸੋਝੀ ਨੇ ਉਪਦੇਸ਼ ਨੂੰ ਸੁਣਿਆ, ਮਨ ਨੂੰ ਭਾ ਗਿਆ। ਸਿੱਖਣ ਦੀ ਬਿਰਤੀ ਨਾਲ ਸੁਣਾਂਗੇ, ਸਮਝਣ ਦੀ ਬਿਰਤੀ ਨਾਲ ਸੁਣਾਂਗੇ ਤਾਂ ਮਨ ਨੂੰ ਜ਼ਰੂਰ ਚੰਗਾ ਲੱਗੇਗਾ। ਆਖੋ ਵਾਹਿਗੁਰੂ। ਰੱਬੀ ਉਪਦੇਸ਼ ਹੈ ਹੀ ਕਮਾਲ ਦੇ। ਬਸ ਦੋ ਤਰ੍ਹਾਂ ਦੀ ਬਿਰਤੀ ਚਾਹੀਦੀ ਹੈ, ਸਮਝਣ ਦੀ ਬਿਰਤੀ ਤੇ ਸਿੱਖਣ ਦੀ ਬਿਰਤੀ। ਗੁਰਬਾਣੀ ਅੰਦਰ ਗੁਰੂ ਸਾਹਿਬ ਕਹਿ ਕੀ ਰਹੇ ਨੇ, ਇਹ ਬਿਰਤੀ ਚਾਹੀਦੀ ਹੈ ਤੇ ਮੈਂ ਇਸ ਨੂੰ ਜਿਉਣਾ ਹੈ, ਇਹ ਬਿਰਤੀ ਚਾਹੀਦੀ ਹੈ। ਤੇ ਫਿਰ ਮਨ ਨੂੰ ਬੜੀ ਚੰਗੀ ਲੱਗਦੀ। ਜੋ ਨਾਮ ਸੁਣਾਵੈ ਸੋ ਮੇਰਾ ਮੀਤ ਸਖਾਈ। ਫਿਰ ਉਹ ਰੱਬੀ ਉਪਦੇਸ਼ ਤਾਂ ਚੰਗਾ ਲੱਗਦਾ ਹੀ ਹੈ। ਜੋ ਰੱਬੀ ਉਪਦੇਸ਼ ਦੀ ਵਿਚਾਰ ਕਰਕੇ ਸਾਨੂੰ ਸੁਣਾਉਂਦੇ ਨੇ, ਉਹ ਵੀ ਚੰਗੇ ਲੱਗਦੇ ਨੇ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੀ ਇੱਕ ਹੋਰ ਪੰਕਤੀ ਹੈ, ਕੋਈ ਕਰ ਗੱਲ ਸੁਣਾਵੈ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਜਿਨ੍ਹਾਂ ਦੇ ਅੰਦਰ ਸਿੱਖਣ ਦੀ ਬਿਰਤੀ ਹੈ, ਮੰਨਣ ਦੀ ਬਿਰਤੀ ਹੈ, ਉਹਨਾਂ ਨੂੰ ਕਥਾ ਵਿਚਾਰ ਬੜੀ ਚੰਗੀ ਲੱਗਦੀ ਹੈ। ਜਿਹਦੇ ਅੰਦਰ ਸਿੱਖਣ ਦੀ ਬਿਰਤੀ ਹੋਈ ਨਹੀਂ ਹੈ, ਮੰਨਣ ਦੀ ਬਿਰਤੀ ਨਹੀਂ ਹੈ, ਉਹ ਤਾਂ ਨੁਕਸ ਲੱਭਣਗੇ, ਉਹਨਾਂ ਨੂੰ ਨਹੀਂ ਚੰਗਾ ਲੱਗੇਗਾ। ਇਸ ਲਈ ਜੋ ਨਾਮ ਸੁਣਾਵੈ ਉਹ ਮੇਰਾ ਮੀਤ ਸਖਾਈ। ਜਦੋਂ ਅੰਦਰ ਮੰਨਣ ਤੇ ਸਿੱਖਣ ਦੀ ਬਿਰਤੀ ਪੈਦਾ ਹੋਈ, ਰੱਬੀ ਉਪਦੇਸ਼ ਦੀ ਵਿਚਾਰ ਕਰਨ ਵਾਲਾ ਇੱਦਾਂ ਲੱਗਦਾ ਇਹ ਮੇਰਾ ਅਸਲੀ ਮਿੱਤਰ ਹੈ, ਇਹੀ ਮੇਰਾ ਅਸਲੀ ਰਿਸ਼ਤੇਦਾਰ ਹੈ, ਇਹੀ ਮੇਰਾ ਅਸਲੀ ਆਪਣਾ ਹੈ। ਨਾਮਹੀਣ ਗਏ ਮੂੜ ਨੰਗਾ। ਤੇ ਜਿਹੜੇ ਰੱਬੀ ਉਪਦੇਸ਼ ਨੂੰ ਮੰਨਣ ਤੋਂ ਸਖੜੇ ਨੇ, ਜਿਨ੍ਹਾਂ ਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਚੰਗੀਆਂ ਨਹੀਂ ਲੱਗਦੀਆਂ, ਉਹ ਇਸ ਸੰਸਾਰ ਤੋਂ ਗਏ ਮੂੜ ਨੰਗਾ। ਇੱਥੇ ਮੈਂ ਬੇਨਤੀ ਕਰਾਂ, ਗੁਰਬਾਣੀ ਅੰਦਰ ਸ਼ਬਦਾਵਲੀ ਕਈ ਵਾਰੀ ਹੋਰ ਹੁੰਦੀ ਹੈ, ਰਮਜ਼ ਹੋਰ ਹੁੰਦੀ ਹੈ। ਸ਼ਬਦਾਵਲੀ ਤਾਂ ਹੈ ਵੀ ਨੰਗੇ ਚਲੇ ਗਏ, ਪਰ ਇੱਥੇ ਰਮਜ਼ ਇਹ ਹੈ ਬਖਸ਼ਿਸ਼ ਤੋਂ ਖਾਲੀ ਚਲੇ ਜਾਂਦੇ ਨੇ। ਆਖੋ ਵਾਹਿਗੁਰੂ। ਪਚ ਪਚ ਮੂਏ ਬਿਖ ਦੇਖ ਪਤੰਗਾ। ਜਿਵੇਂ ਇੱਕ ਪਤੰਗਾ ਦੀਵੇ ਦੀ ਅੱਗ ਨੂੰ ਦੇਖ ਕੇ, ਦੀਵੇ ਦੀ ਲਾਟ ਨੂੰ ਦੇਖ ਕੇ ਉਹਦੀ ਗਲੈਮਰ ਦੇ ਵਿੱਚ ਇੰਨਾ ਮਸਤ ਹੋ ਜਾਂਦਾ, ਉਹਦੇ ਵਿੱਚ ਜਾਂਦਾ ਹੈ, ਉਹਨੂੰ ਪਤਾ ਹੀ ਨਹੀਂ, ਸੜ ਜਾਂਦਾ ਉੱਥੇ। ਇਸੇ ਤਰ੍ਹਾਂ ਦੁਨੀਆ ਦੇ ਰੰਗ ਤਮਾਸ਼ੇ ਇੱਕ ਐਸੀ ਗਲੈਮਰ ਹੈ ਜਿਹਦੇ ਵਿੱਚ ਪੈ ਕੇ ਮਨੁੱਖ ਆਪਣੇ ਅੰਦਰ ਵਿਕਾਰਾਂ ਦੀ ਜ਼ਹਿਰ ਪੈਦਾ ਕਰਦਾ, ਪਚ ਪਚ ਮੂਏ, ਤੇ ਖੱਜਲ ਖੁਆਰ ਹੋ ਕੇ ਜ਼ਿੰਦਗੀ ਬਤੀਤ ਕਰਦੇ ਨੇ। ਘਰ ਵਿੱਚ ਖੱਜਲ ਖੁਆਰੀ, ਰਿਸ਼ਤਿਆਂ ਵਿੱਚ ਖੱਜਲ ਖੁਆਰੀ, ਬੱਚਿਆਂ ਪੱਖੋਂ ਖੱਜਲ ਖੁਆਰੀ, ਤੇ ਅੰਦਰੋਂ ਆਤਮਿਕ ਮੌਤੇ ਮਰ ਜਾਂਦੇ ਨੇ। ਥਾਪੇ ਥਾਪੇ ਥਾਪ ਉਹ ਥਾਪੇ। ਵਾਹਿਗੁਰੂ ਜੀ ਦਾ ਇੱਕ ਖੇਲ ਹੈ, ਉਹ ਆਪ ਹੀ ਸਭ ਕੁਝ ਪੈਦਾ ਕਰਦਾ ਹੈ, ਆਪ ਹੀ ਉਸ ਦਾ ਨਾਸ਼ ਕਰ ਦਿੰਦਾ ਹੈ। ਉਹਨੇ ਇੱਕ ਨਿਜ਼ਮ ਬਣਾ ਦਿੱਤਾ ਹੈ, ਉਸ ਨਿਜ਼ਮ ਨੂੰ ਸਮਝਣਾ ਹੈ। ਜੇ ਅਸੀਂ ਚਾਹੁੰਦੇ ਹਾਂ ਸਾਡੇ ਅੰਦਰੋਂ ਨਿਮਰਤਾ ਨਾ ਮਰੇ, ਸਾਡੇ ਅੰਦਰ ਹੰਕਾਰ ਦਾ ਜਨਮ ਨਾ ਹੋਵੇ, ਜੇ ਅਸੀਂ ਚਾਹੁੰਦੇ ਹਾਂ ਸਾਡੇ ਅੰਦਰ ਸਵਾਰਥੀ ਭਾਵਨਾ, ਲੋਭ ਦਾ ਜਨਮ ਨਾ ਹੋਵੇ, ਸਬਰ ਸੰਤੋਖ ਵਾਲਾ ਗੁਣ ਪੈਦਾ ਹੋਵੇ, ਤਾਂ ਸਾਨੂੰ ਰੱਬ ਦੇ ਨਿਜ਼ਮ ਨੂੰ ਸਮਝਣਾ ਪਵੇਗਾ। ਸੌਖਾ ਤਰੀਕਾ ਗੁਰਬਾਣੀ ਅੰਦਰ ਜੋ ਸਾਨੂੰ ਹੁਕਮ ਕੀਤਾ ਕਰਨਾ ਹੈ, ਉਹ ਕਰਨਾ ਹੀ ਕਰਨਾ ਹੈ, ਕਿਉਂਕਿ ਉਹ ਰੱਬ ਦੇ ਨਿਜ਼ਮ ਅਨੁਸਾਰ ਹੈ। ਤੇ ਜਿਸ ਤੋਂ ਰੋਕਿਆ ਗਿਆ ਨਾ ਕਰੀ, ਉਹ ਕਦੀ ਨਹੀਂ ਕਰਨਾ, ਕਿਉਂਕਿ ਉਹ ਰੱਬ ਦੇ ਨਿਜ਼ਮ ਦੇ ਉਲਟ ਹੈ।
ਨਾਨਕ ਨਾਮ ਦੇਵੈ ਹਰਿ ਆਪੇ। ਇਹ ਨਾਨਕ ਜੀ, ਫਿਰ ਰੱਬ ਆਪੇ ਬਖਸ਼ਿਸ਼ ਕਰਦੇ ਨੇ। ਇਹ ਰੱਬੀ ਉਪਦੇਸ਼ ਰੂਪੀ ਨਾਮ ਵੀ ਮਿਲਦਾ ਹੈ, ਗਿਆਨ ਰੂਪੀ ਨਾਮ। ਰੱਬ ਦੇ ਉਪਦੇਸ਼ ਗੁਰਬਾਣੀ ਦੀਆਂ ਸਿੱਖਿਆਵਾਂ ਮੰਨਣ ਦੀ ਭਾਵਨਾ ਪੈਦਾ ਹੁੰਦੀ ਹੈ, ਤੇ ਧਿਆਨ ਰੂਪੀ ਨਾਮ ਵੀ ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਾਸ ਤੇ ਉਹਦੀ ਭੈ ਭਾਵਨੀ ਵਿੱਚ ਜਿਉਣਾ। ਇਹ ਫਿਰ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ। ਗੁਰੂ ਕਾ ਗੁਰਸਿੱਖ ਜਦੋਂ ਚਾਕਰ ਬਣ ਜਾਂਦਾ। ਆਸਾ ਮਹੱਲਾ ਚੌਥਾ। ਆਸਾ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅਗਲਾ ਸ਼ਬਦ। ਗੁਰਮੁਖ ਹਰ ਹਰ ਵੇਲ ਵਧਾਈ। ਗੁਰੂ ਪਾਤਸ਼ਾਹ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਮੰਨਣ ਵਾਲਾ ਗੁਰਮੁਖ ਜੀਵਨ ਬਣ ਜਾਂਦਾ ਹੈ। ਉਹ ਆਪਣੇ ਅੰਦਰ ਰੱਬ ਦੀ ਮਿੱਠੀ ਮਿੱਠੀ ਯਾਦ ਦਾ ਬੀਜ ਬੀਜਦਾ ਹੈ। ਉਹਦੇ ਅੰਦਰ ਰੱਬੀ ਉਪਦੇਸ਼ ਚੰਗੇ ਲੱਗਦੇ ਨੇ, ਰੱਬ ਦੇ ਗੁਣ ਚੰਗੇ ਲੱਗਦੇ ਨੇ, ਰੱਬ ਦੀਆਂ ਬਖਸ਼ਾਂ ਪ੍ਰਾਪਤ ਕਰਨ ਦੀ ਇੱਕ ਭਾਵਨਾ ਬਣਦੀ ਹੈ। ਵਾਹਿਗੁਰੂ ਜੀ ਦਾ ਤੇ ਗੁਰੂ ਪਿਤਾ ਜੀ ਦਾ ਚਾਕਰ ਬਣਨ ਦੀ ਇੱਕ ਜਜ਼ਬਾ ਪੈਦਾ ਹੁੰਦਾ ਹੈ। ਉਹਦੇ ਅੰਦਰ ਇਹ ਗੁਣਾਂ ਦੀ ਬੇਲ ਵੱਧਦੀ ਹੈ। ਆਖੋ ਵਾਹਿਗੁਰੂ। ਹਲ ਲਾਗੇ ਹਰ ਰਸ ਕਰ ਸਾਈ। ਅੰਦਰ ਗੁਣਾਂ ਦੇ ਫਲ ਲੱਗਦੇ ਨੇ, ਰਸਾਂ ਨਾਲ ਭਰੇ ਹੋਏ ਨੇ। ਗੁਣਾਂ ਦੇ ਵਿੱਚ ਜੋ ਰਸ ਹੈ ਜ਼ਿੰਦਗੀ ਦਾ, ਉਹ ਕਮਾਲ ਹੈ। ਉਹ ਰਸ ਹਰ ਇੱਕ ਨੂੰ ਨਹੀਂ ਆ ਸਕਦਾ। ਹਰ ਹਰ ਗੁਰ ਮਹਿ ਭਗਤ ਰਖਾਈ। ਵਾਹਿਗੁਰੂ ਜੀ ਨੇ ਜੋ ਗੁਰ ਸਰੂਪ ਹੈ, ਗੁਰਬਾਣੀ ਅੰਦਰ ਜੋ ਜ਼ਿੰਦਗੀ ਜਿਉਣ ਦਾ ਗੁਰ ਦਿੱਤਾ, ਟੈਕਨੀਕ ਦੱਸੀ, ਜੋ ਗੁਰਬਾਣੀ ਦੀਆਂ ਸਿੱਖਿਆਵਾਂ ਨੇ ਗੁਰ ਸਰੂਪ, ਉਸ ਦੇ ਵਿੱਚ ਹੀ ਜੀਵਨ ਜਿਉਣ ਦੀ ਜੁਗਤ ਹੈ, ਜਿਹਨੂੰ ਭਗਤੀ ਕਹਿੰਦੇ ਨੇ। ਤੇ ਤੱਤੇ ਇਹਦਾ ਅਰਥ ਭਗਤੀ। ਜੀਵਨ ਜਿਉਣਾ ਕਿਵੇਂ ਹੈ? ਉਹ ਭਗਤੀ। ਉਹ ਗੁਰ ਸਰੂਪ ਵਿੱਚ ਰੱਬ ਨੇ ਰੱਖੀ ਹੈ, ਸੱਚੇ ਗਿਆਨ ਦੇ ਉਪਦੇਸ਼ ਦੇ ਵਿੱਚ। ਅੱਜ ਜਿੰਨੀ ਸ੍ਰਿਸ਼ਟੀ ਸਾਜੀ ਹੈ, ਕਮਾਲ ਹੈ। ਸਾਨੂੰ ਸਿਖਾਉਣ ਵਾਸਤੇ ਹਰ ਚੀਜ਼ ਸਾਨੂੰ ਸਿਖਾ ਰਹੀ ਹੈ। ਆਸ਼ ਅੰਦਰ ਸਿੱਖਣ। ਗੁਰ ਤੁਠਾ ਸਿੱਖ ਦੇਵੈ ਮੇਰੇ ਭਾਈ। ਉਹ ਜੋ ਰੱਬ ਦਾ ਰੂਪ ਹੈ ਗੁਰਬਾਣੀ ਦੇ ਅੰਦਰ, ਗੁਰ ਸਰੂਪ ਦਾ ਗਿਆਨ, ਉਹ ਸਾਨੂੰ ਸਿੱਖਿਆ ਦਿੰਦਾ ਹੈ। ਮੇਰੇ ਵੀਰਾ, ਉਹ ਸਿੱਖਿਆ ਮਨ ਨੂੰ ਜਦੋਂ ਚੰਗੀ ਲੱਗਦੀ ਹੈ, ਸਮਝ ਲੈ ਰੱਬ ਖੁਸ਼ ਹੋ ਗਿਆ। ਲੈ ਗੁਰੂ ਸਾਹਿਬ ਖੁਸ਼। ਹਉਮੈ ਕਰਮ ਕਿਛ ਵਿਦ ਨਹੀਂ ਜਾਣੈ। ਇਹ ਅੰਦਰ ਹਉਮੈ ਹੈ, ਇਹ ਹਉਮੈ ਦੇ ਵਿੱਚੋਂ ਨਿਕਲੇ ਹੋਏ ਜ਼ਿੰਦਗੀ ਦੇ ਕਰਮ ਨੇ, ਤਾਂ ਫਿਰ ਉਹ ਇਸ ਵਿਧੀ ਨੂੰ ਨਹੀਂ ਜਾਣ ਸਕਦਾ। ਇਹ ਜੀਵਨ ਜਿਉਣ ਦੇ ਤਰੀਕੇ ਨੂੰ ਸਮਝ ਹੀ ਨਹੀਂ ਸਕਦਾ। ਉਹ ਧਰਮ ਦੇ ਕਰਮ ਤੇ ਕਰਦਾ ਹੈ, ਰਸਮਾਂ ਤਾਂ ਨਿਭਾਉਂਦਾ ਹੈ। ਜਿਉਂਦਾ ਉਹੀ ਉਲਝਣ ਤਾਣੀ ਵਿੱਚ, ਜਿਹੜੀ ਉਲਝਣ ਤਾਣੀ ਵਿੱਚ ਹਾਰ ਜਿਉਂਦਾ। ਉਹ ਧਾਰਮਿਕ ਰਸਮਾਂ ਤਾਂ ਨਿਭਾਉਂਦਾ ਹੈ। ਮਨ ਦੀ ਖਿੱਚ ਉਸੇ ਤਰ੍ਹਾਂ ਫਸੀ ਹੋਈ ਹੈ ਜਿਵੇਂ ਆਮ ਦੁਨਿਆਵੀ ਮਨੁੱਖ। ਇਹ ਤਾਂ ਇੱਦਾਂ ਹੈ। ਉਹਦੇ ਧਾਰਮਿਕ ਰਸਮਾਂ, ਧਾਰਮਿਕ ਕਰਮ ਇਸ ਤਰ੍ਹਾਂ ਕਰ ਰਿਹਾ ਹੈ ਜਿਉਂ ਕੁੰਚਰ ਨਹਾਏ ਖਾਕ ਸਿਰ ਛਾਣੈ। ਕੁੰਚਰ ਹੁੰਦਾ ਹਾਥੀ। ਹਾਥੀ ਪਾਣੀ ਦੇ ਵਿੱਚ ਇਸ਼ਨਾਨ ਜਦੋਂ ਕਰਦਾ ਨਾ, ਆਪਣੀ ਸੁੰਡ ਦੇ ਨਾਲ ਆਪਣੇ ਉੱਪਰ ਹੁੰਦਾ ਹੈ। ਜਦੋਂ ਉਹ ਨਹਾ ਲੈਂਦਾ ਹੈ, ਇਸ਼ਨਾਨ ਕਰ ਲੈਂਦਾ ਹੈ, ਬਾਹਰ ਨਿਕਲਦਾ ਹੈ, ਤਾਂ ਉਹਦੀ ਆਦਤ ਹੈ ਉਸੇ ਸੁੰਡ ਦੇ ਨਾਲ ਆਪਣੇ ਉੱਪਰ ਮਿੱਟੀ ਪਾ ਲੈਂਦਾ ਹੈ। ਇਸੇ ਤਰ੍ਹਾਂ ਜੇ ਧਰਮ ਦੇ ਕਰਮ ਨਿਭਾਏ ਨੇ, ਬਾਹਰ ਨਿਕਲਦੇ ਨਿੰਦਾ ਕਰ ਲਈ, ਵੈਰ ਵਿਰੋਧ, ਧੜੇਬੰਦੀਆਂ, ਲੋਭ ਲਾਲਚ, ਚੁਸਤ ਚਲਾਕੀਆਂ, ਸਵਾਰਥ, ਤਾਂ ਹਾਥੀ ਦਾ ਇਸ਼ਨਾਨ ਹੋ ਗਿਆ। ਉਲਟਾ ਸਗੋਂ ਹੰਕਾਰ ਚੁੱਕ ਲਿਆ ਕਿ ਮੈਂ ਧਰਮੀ ਹਾਂ, ਮੈਂ ਸੇਵਾ ਕਰਦਾ। ਤੈਨੂੰ ਸਮਝ ਹੀ ਨਹੀਂ ਆਈ, ਉਹ ਵਿਧੀ ਨਹੀਂ ਸਮਝ ਆਈ, ਜ਼ਿੰਦਗੀ ਜਿਉਣ ਦਾ ਤਰੀਕਾ ਹੀ ਨਹੀਂ ਪਤਾ ਲੱਗਿਆ। ਜੋ ਗੁਰੂ ਸਾਹਿਬ ਨੇ ਤਰੀਕਾ ਦੱਸਿਆ, ਉਹ ਤੇਰੇ ਅੰਦਰ ਸਿੱਖਣ ਦੀ ਬਿਰਤੀ ਨਾ ਪੈਦਾ। ਜੇ ਵੱਡ ਭਾਗ ਹੋਵੇ ਵੱਡ ਉੱਚੇ। ਜੇ ਅੰਦਰ ਵੱਡੇ ਭਾਗ, ਉੱਚੇ ਭਾਗ, ਉੱਚੇ ਭਾਗ, ਉੱਚੀ ਸੋਚ ਹੈ, ਵੱਡੇ ਭਾਗ, ਚੰਗਾ ਸੁਭਾਅ, ਇੱਕ ਆਪਣੇ ਲਈ ਕਰਦਾ ਹੈ, ਨੀਵੀਂ ਸੋਚ, ਕਿਆ ਨਹੀਂ ਕਰਦਾ, ਕੀ ਸੋਚ। ਇੱਕ ਹਮੇਸ਼ਾ ਕਿਸੇ ਨੂੰ ਚੰਗਾ ਵੰਡਦਾ ਹੈ, ਕੀ ਸੋਚ ਹੈ। ਇੱਕ ਹਮੇਸ਼ਾ ਚੰਗਾ ਲੈਣ ਦੀ ਬਿਰਤੀ ਤੇ
ਜਿਨ੍ਹਾਂ ਦੇ ਅੰਦਰ ਵੱਡੇ ਤੋਂ ਵੱਡੇ ਭਾਗ, ਦੇਖੋ ਕਿਸੇ ਅੰਦਰ ਜਜ਼ਬਾ ਹੁੰਦਾ ਹੈ, ਜਨੂਨ ਹੁੰਦਾ ਹੈ, ਪਰਉਪਕਾਰੀ ਬਿਰਤੀ ਹੁੰਦੀ ਹੈ, ਵੱਡੇ ਵੱਡੇ ਦੁੱਖ ਰੁਕਾਵਟਾਂ ਚੱਲ ਜਾਂਦਾ ਹੈ, ਪਰ ਉਹ ਆਪਣਾ ਮਿਸ਼ਨ ਨਹੀਂ ਛੱਡਦਾ, ਕਿਉਂਕਿ ਉਹਨੂੰ ਪਤਾ ਮੈਂ ਉਸ ਗੁਰੂ ਪਿਤਾ ਦਾ ਪੁੱਤਰ ਹਾਂ, ਗੁਰੂ ਪਿਤਾ ਦੀਆਂ ਧੀਆਂ ਹਾਂ, ਜਿਨ੍ਹਾਂ ਨੇ ਦੂਸਰਿਆਂ ਲਈ ਜਿਉਂ ਕੇ ਦਿਖਾ ਦਿੱਤਾ। ਇਹਦਾ ਮਤਲਬ ਉਹਨਾਂ ਦੇ ਅੰਦਰ ਵੱਡੇ ਤੋਂ ਵੱਡੇ ਭਾਗ ਨੇ, ਉੱਚੀ ਸੋਚ ਹੈ। ਜਿਨ੍ਹਾਂ ਦੇ ਅੰਦਰ ਇਹ ਵੱਡੇ ਭਾਗ ਤੇ ਉੱਚੀ ਸੋਚ ਹੈ, ਨਾਨਕ ਨਾਮ ਜਪੈ ਸੱਚ ਸੁਚੇ, ਅਸਲੀ ਇਹ ਨਾਨਕ ਜੀ, ਉਹਨਾਂ ਨੂੰ ਨਾਮ ਜਪਣ ਦੀ ਵਿਧੀ, ਨਾਮ ਜਪਣ ਦੀ ਵਿਧੀ ਹੈ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਣਾ, ਗੁਣਾਂ ਦੇ ਨਾਲ ਪਰਉਪਕਾਰ ਕਰਨਾ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਤੇ ਉਹਦੀ ਭੈ ਭਾਵਨੀ ਵਿੱਚ, ਇਸ ਤਰ੍ਹਾਂ ਜ਼ਿੰਦਗੀ ਜਿਉਣ ਦਾ ਤਰੀਕਾ, ਜ਼ਿੰਦਗੀ ਹੀ ਜਪ ਬਣਦੀ ਹੈ। ਉਹ ਅੰਦਰੋਂ ਸੱਚ ਦੇ ਰਸ ਵਿੱਚ ਭਿੱਜੇ ਹੋਏ ਉਹਨਾਂ ਦੇ ਵਿਚਾਰ ਸੋਚ ਤੇ ਮਿੱਠੇ ਹੁੰਦੇ ਨੇ। ਆਸਾ ਮਹੱਲਾ ਚੌਥਾ, ਆਸਾ ਰਾਗ, ਗੁਰੂ ਰਾਮਦਾਸ ਪਾਤਸ਼ਾਹ ਜੀ, ਅਗਲਾ ਸ਼ਬਦ। ਹਰ ਹਰ ਨਾਮ ਕੀ ਮਨ ਭੁੱਖ ਲਗਾਈ, ਜਿੰਨਾ ਚਿਰ ਅੰਦਰ ਮਨ ਦੇ ਵਿੱਚ ਭੁੱਖ ਨਹੀਂ ਜਾਗੀ ਕਿ ਮੈਂ ਗੁਰਬਾਣੀ ਦੇ ਅਰਥ ਸੀ, ਜਿੰਨਾ ਚਿਰ ਅੰਦਰ ਇਹ ਭੁੱਖ ਨਹੀਂ ਹੈ ਕਿ ਗੁਰੂ ਪਾਤਸ਼ਾਹ ਕਹਿ ਕੀ ਰਹੇ ਨੇ, ਮੈਂ ਉਹ ਰਮਜ ਸਮਝਾਂ ਤੇ ਉਸ ਨੂੰ ਜ਼ਿੰਦਗੀ 'ਚ ਜਿਉਵਾਂ, ਜਿੰਨਾ ਚਿਰ ਤੜਫ ਨਹੀਂ ਬਣੇਗੀ ਕਿ ਜੇ ਮੈਂ ਜ਼ਿੰਦਗੀ 'ਚ ਗੁਰੂ ਦੇ ਉਪਦੇਸ਼ ਨਹੀਂ ਜਿਵਾਂਗਾ ਤੇ ਮੇਰਾ ਜੀਵਨ ਵਿਅਰਥ, ਜਿੰਨਾ ਚਿਰ ਇਹ ਰੱਬ ਦੇ ਉਪਦੇਸ਼ ਨੂੰ ਮੰਨਣ ਦੀ ਭੁੱਖ ਨਹੀਂ ਪੈਦਾ ਹੋਏਗੀ ਕਿ ਜੇ ਮੈਂ ਲੋਕਾਂ ਲਈ ਨਾ ਕੁਝ ਕੀਤਾ ਤੇ ਮੈਂ ਕਿਸ ਗੁਰੂ ਪਿਤਾ ਦਾ ਪੁੱਤਰ ਹਾਂ, ਕਿਸ ਗੁਰੂ ਦੀ ਧੀ ਹਾਂ? ਮੇਰੇ ਗੁਰੂ ਸਾਹਿਬਾਨਾਂ ਨੇ ਤਾਂ ਦੂਸਰਿਆਂ ਲਈ ਜਿਉ ਦਿੱਤਾ, ਕਿ ਅਸੀਂ ਪਰਉਪਕਾਰ ਲਈ ਕੁਝ ਕਰਾਂਗੇ ਨਹੀਂ, ਤਾਂ ਮੇਰਾ ਤਾਂ ਜੀਵਨ ਵਿਅਰਥ ਚਲਾ ਜਾਏ। ਜਿਸ ਦੇ ਅੰਦਰ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ, ਉਹਦੀ ਭੈ ਭਾਵਨੀ ਵਿੱਚ ਜੀਵਨ ਜਿਉਣ ਦੀ ਭੁੱਖ ਲੱਗ ਗਈ, ਇਹਦੇ ਅੰਦਰ ਰੱਬ ਦੇ ਉਪਦੇਸ਼ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਣ ਦੀ ਭੁੱਖ ਜਾਗ ਪਈ, ਇਹਦੇ ਅੰਦਰ ਪਰਉਪਕਾਰੀ ਬਿਰਤੀ ਦੀ ਭੁੱਖ ਜਾਗ ਪਈ, ਨਾਮ ਸੁਣਿਆ ਮਨ ਤ੍ਰਿਪਤ ਹੈ, ਮੇਰੇ ਭਾਈ ਹੈ ਮੇਰੇ ਵੀਰਾ, ਤੇਰੇ ਰੱਬੀ ਉਪਦੇਸ਼ ਨੂੰ ਸੁਣ ਕੇ ਮਨ ਤ੍ਰਿਪਤ, ਗੁਰਬਾਣੀ ਦੇ ਉਪਦੇਸ਼ ਸੁਣ ਕੇ ਮਨ ਤ੍ਰਿਪਤ ਹੋਣ ਦੇ ਅਰਥ ਹੈ ਸਬਰ ਸੰਤੋਖ ਵਾਲਾ ਜੀਵਨ। ਇਸ ਲਈ ਗੁਰੂ ਕੇ ਗੁਰਸਿੱਖੋ, ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ ਆ, ਗੁਰੂ ਪਿਆਰਿਓ ਨਾਮ ਜਪੋ ਮੇਰੇ ਗੁਰਸਿੱਖ ਮੀਤਾ, ਐ ਮੇਰੇ ਗੁਰਸਿੱਖ ਮੀਤੋ, ਇਹ ਨਾ ਭੁੱਲਣਾ ਨਾਮ ਜਪਣ ਦੇ ਤਿੰਨ ਹਿੱਸੇ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਣਾ, ਇਹ ਗਿਆਨ ਰੂਪੀ ਨਾਮ ਨੂੰ ਰੱਬ ਦੀ ਭੈ ਭਾਵਨੀ ਵਿੱਚ ਫੈਸਲੇ ਲੈਣੇ ਔਰ ਉਹਦੇ ਰੱਬੀ ਨਿਜ਼ਮ ਦੇ ਦਾਇਰੇ ਵਿੱਚ ਜਿਉਣਾ, ਇਹ ਉਸ ਨਾਮ ਨੂੰ ਜਪਣਾ ਜਿਹਨੂੰ ਸੁਖਮਨੀ ਸਾਹਿਬ ਵਿੱਚ ਕਿਹਾ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਉਹ ਜਿਹੜਾ ਰੱਬ ਦਾ ਨਿਜ਼ਮ ਚੱਲ ਰਿਹਾ, ਜਿਹਦੇ 'ਚ ਖੰਡ ਬ੍ਰਹਿਮੰਡ ਸਾਰਾ ਕੁਝ ਚੱਲ ਰਿਹਾ। ਤੀਸਰਾ ਹੈ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਾਸ ਵਿੱਚ, ਇਹ ਧਿਆਨ ਰੂਪ ਹੈ। ਅਰੇ ਇਸ ਨੂੰ ਜਪੋ, ਗੁਰਸਿੱਖ ਮਿੱਠੋ, ਨਾਮ ਜਪੋ ਨਾਮੇ ਸੁਖ ਪਾਵਹੁ, ਨਾਮ ਰੱਖੋ ਗੁਰਮਤਿ ਮਨ ਚੀਤਾ ਰਹਾਓ, ਸੈਂਟਰਲ ਆਈਡੀਆ, ਨਾਮ ਨੂੰ ਜਪੋ, ਇਹਦੇ ਵਿੱਚੋਂ ਸੰਤੁਸ਼ਟੀ ਪੈਦਾ ਹੋਏਗੀ, ਸੈਟਿਸਫੈਕਸ਼ਨ, ਇੱਕ ਅੰਦਰੋਂ ਹੀ ਸੈਟਿਸਫਾਈਡ ਮਹਿਸੂਸ, ਸਿਚੁਏਸ਼ਨ ਜੋ ਮਰਜ਼ੀ ਹੋ, ਰਾਤ ਜੋ ਮਰਜ਼ੀ ਹੋ, ਉਸ ਸੰਤੁਸ਼ਟੀ ਦੇ ਵਿੱਚ ਸ਼ੁਕਰਾਨਾ ਹੋਏਗਾ, ਜਿੱਥੇ ਸੰਤੁਸ਼ਟੀ ਤੇ ਸ਼ੁਕਰਾਨਾ ਹੈ, ਵਾਹਿਗੁਰੂ ਜੀ ਦਾ ਸ਼ੁਕਰ, ਉੱਥੇ ਉਸ ਨੂੰ ਆਤਮਿਕ ਸੁੱਖ ਕਹਿੰਦੇ ਨੇ। ਉਸ ਸੁੱਖ ਨੂੰ ਪਾਓ, ਨਾਮ ਨੂੰ ਜਪੋ, ਨਾਮ ਜਪੋ ਨਾਮੇ ਸੁਖ ਪਾਵੋ, ਨਾਮ ਰੱਖੋ ਗੁਰਮਤਿ ਮਨ ਚੀਤਾ, ਆਪਣੀ ਯਾਦ ਸ਼ਕਤੀ ਦੇ ਵਿੱਚ ਗੁਰੂ ਦੀ ਸੋਚ ਗੁਰਮਤਿ, ਉਸ ਨੂੰ ਆਪਣੀ ਯਾਦਾਸ਼ਤ ਦੇ ਵਿੱਚ ਗੁਰੂ ਸਾਹਿਬ ਸਭ ਕੁਝ ਨੂੰ ਕਿਵੇਂ ਸੋਚਦੇ ਨੇ, ਵਿਘਨਾਂ ਵਿੱਚ ਘਬਰਾਉਂਦਾ ਕਿਉਂ ਹੈ? ਗੁਰੂ ਸਾਹਿਬ ਦੀ ਸੋਚ ਤਾਂ ਹੈ ਕਿ ਵਿਘਨ ਨਹੀਂ ਹੈ, ਰੁਕਾਵਟਾਂ ਨਹੀਂ ਹੁੰਦੀਆਂ, ਇਹ ਸਟੇਟਸ ਆਫ ਮਾਈਂਡ ਹੈ।
ਡਰ 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 ਨਾ ਮਨ, ਇਹ ਮਨ ਦੇ ਅੰਦਰ ਵਿਚਾਰ ਉੱਠਦੇ ਨੇ, ਉਹਦੇ ਚੋਂ ਡਰ ਪੈਦਾ। ਗੁਰੂ ਸਾਹਿਬ ਦੀ ਸੋਚ ਤਾਂ ਇਹ ਹੈ ਕਿ ਦੁੱਖ ਦਾਰੂ ਨੇ, ਗੁਰੂ ਸਾਹਿਬ ਦੀ ਸੋਚ ਇਹ ਹੈ ਦੁੱਖ ਦਾਤ ਹੈ, ਗੁਰੂ ਸਾਹਿਬ ਦੀ ਸੋਚ ਇਹ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ ਕੰਚ। ਉਹ ਗੁਰੂ ਦੀ ਸੋਚ ਜੋ ਗੁਰਮਤ ਹੈ, ਉਹਨੂੰ ਮਨ ਵਿੱਚ ਤੇ ਯਾਦਾਸ਼ਤ ਦੇ ਵਿੱਚ, ਵਿਚਾਰਾਂ ਦੇ ਵਿੱਚ ਤੇ ਯਾਦਾਂ ਦੇ ਵਿੱਚ ਬਸ। ਨਾਮੋ ਨਾਮ ਸੁਣੀ ਮਨ ਸਾ, ਜਦੋਂ ਰੱਬ ਦੇ ਉਪਦੇਸ਼ਾਂ ਨੂੰ ਮਨ ਸੁਣਨ ਤੋਂ ਭਾਵ ਹੈ ਮੰਨਦਾ ਹੈ, ਤੇ ਮਨ ਅੰਦਰ ਖੁਸ਼ੀ ਸੰਤੁਸ਼ਟੀ ਪੈਦਾ, ਰਸ ਨਾਲ ਭਰ ਜਾਂਦਾ। ਨਾਮ ਲਾਹਾ ਲੈ ਗੁਰਮਤਿ ਬਿਗਸਾ, ਫਿਰ ਉਹਦੇ ਵਿੱਚੋਂ ਇੱਕ ਲਾਹਾ ਮਿਲਦਾ, ਉਹ ਜੋ ਰੱਬੀ ਉਪਦੇਸ਼ ਹੈ ਨਾ, ਨਾਮ ਗੁਰਬਾਣੀ ਦੀਆਂ ਸਿੱਖਿਆਵਾਂ, ਉਹਦੇ ਚੋਂ ਲਾਹਾ ਕੀ ਮਿਲਦਾ? ਗੁਰਮਤਿ, ਗੁਰੂ ਦੀ ਸੋਚ। ਉਹਦੇ ਨਾਲ ਫਿਰ ਤੇਰੇ ਅੰਦਰ ਸੋਚ ਤੇ ਸੁਭਾਅ ਖਿੜਿਆ ਹੁੰਦਾ, ਆਨੰਦ ਹੀ ਆਨੰਦ ਹੈ। ਜੈਸੀ ਮਰਜ਼ੀ ਸਿਚੁਏਸ਼ਨ ਹੈ, ਜੈਸੇ ਮਰਜ਼ੀ ਹਾਲਾਤ ਨੇ, ਅੰਦਰ ਇੱਕ ਖੇਡ। ਨਾਮ ਬਿਨਾ ਕੁਸ਼ਟੀ ਮੋਹ ਅੰਧਾ, ਉਹ ਰੱਬੀ ਉਪਦੇਸ਼ ਤੋਂ ਬਿਨਾ ਮਨ ਕੋੜੀ ਹੈ, ਕੁਸ਼ਟੀ। ਇਹ ਸੈਲਫਿਸ਼ ਹੋ ਗਿਆ, ਸਵਾਰਥੀ ਹੋ ਗਿਆ, ਮੋਹ ਦੀਆਂ ਤੰਦਾਂ ਵਿੱਚ ਅੰਧਾ ਹੋ ਗਿਆ, ਇਹਨੂੰ ਦਿਸਦਾ ਹੀ ਨਹੀਂ ਹੈ, ਇਹਨੂੰ ਦਿਸਦਾ ਹੀ ਨਹੀਂ ਹੈ ਅਸਲੀ ਜੀਵਨ। ਸਭ ਨਿਹਫਲ ਕਰਮ ਕੀਏ ਦੁੱਖ ਧੰਦਾ, ਤੇ ਜਿੰਨੇ ਉਹ ਕਰਮ ਕਰ ਰਿਹਾ ਨਾ, ਉਹ ਦੁੱਖਾਂ ਦੇ ਬੀਜ ਬੀਜੀ ਜਾ, ਆਪਣੇ ਜੀਵਨ ਦੇ ਚਾਰ ਸਪੇਰੇ ਘਰ ਵਿੱਚ ਐਸੀ ਉਲਝਣ ਤਾਣੀ ਪੈਦਾ ਕਰੀ ਜਾ ਰਿਹਾ, ਇਸ ਉਲਝਣ ਤਾਣੀ ਵਿੱਚੋਂ ਦੁੱਖਾਂ ਦੇ ਬੀਜ ਪੈਦਾ ਹੁੰਦੇ ਨੇ। ਖਿਜਣਾ ਖਪਣਾ ਜ਼ਿੰਦਗੀ ਚੱਲ ਰਹੀ ਹੈ, ਇਹਦਾ ਸਾਰੇ ਕਰਮ ਜਿਹੜੇ ਨੇ ਮਨੁੱਖ ਕਹਿੰਦਾ ਹੈ ਕਿ ਖੁਸ਼ੀਆਂ ਵਾਸਤੇ, ਆਨੰਦ ਵਾਸਤੇ ਕਮਾਈ ਕਰਦਾ, ਕਮਾਈ ਕਰਦਿਆਂ ਕਰਦਿਆਂ ਆਨੰਦ ਨਹੀਂ ਮਾਣ ਸਕਦਾ, ਤੇ ਜਦੋਂ ਨੂੰ ਬੱਚੇ ਵੱਡੇ ਹੁੰਦੇ ਨੇ, ਉਦੋਂ ਸਰੀਰ ਕਮਾਈ ਕਰਨ ਜੋਗਾ ਨਹੀਂ ਹੁੰਦਾ ਤੇ ਆਨੰਦ ਮਾਣ ਇਹ ਫਲ ਚ ਪਤਾ ਹੀ ਨਹੀਂ ਇਸ ਨੂੰ। ਹਰ 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 ਜਸ ਜਪੈ ਵੱਡ ਭਾਗੀ, ਉਹਦਾ ਜਸ ਵਡਿਆਈ, ਵਡਿਆਈ ਕਿਹਦੀ ਕਰਦਾ ਮਨ? ਜਿਹਦੇ ਤੋਂ ਕੁਰਬਾਨ, ਰੱਬ ਦੇ ਨਿਜ਼ਮ ਨੂੰ ਤਾਂ ਦੇਖ, ਜੋ ਵੀ ਕਰ ਰਿਹਾ ਤੇਰੇ ਅੰਦਰ ਇੱਕ ਵਡਿਆਈ, ਕੁਰਬਾਨ ਜਾਣ ਦੀ ਜਸ, ਉਹ ਕੁਰਬਾਨ ਜਾਣ ਦੀ ਭਾਵਨਾ ਦੇ ਵਿੱਚ ਜਿਉਣਾ, ਇਹ ਵੀ ਜਪਣ ਦੀ ਇੱਕ ਅੰਸ਼ ਹੈ। ਇਹਦੇ ਨਾਲ ਵੀ ਰੱਬ ਦੀ ਮਿੱਠੀ ਮਿੱਠੀ ਯਾਦ ਬਣਦੀ, ਇਹਦੇ ਨਾਲ ਵੀ ਅੰਦਰ ਗੁਣ ਵੱਡੇ ਭਾਗ। ਨਾਨਕ ਗੁਰਮਤਿ ਨਾਮ ਲਿਵ ਲਾਗੀ, ਤੇ ਜਿਉਂ-ਜਿਉਂ ਗੁਰਬਾਣੀ ਦੀਆਂ ਸਿੱਖਿਆਵਾਂ ਵਿੱਚੋਂ ਗੁਰੂ ਸਾਹਿਬ ਦੀ ਸੋਚ ਨੂੰ ਮਨ ਸਮਝਦਾ ਹੈ, ਤੇ ਗੁਰੂ ਸਾਹਿਬ ਦੀ ਸੋਚ ਦੇ ਵਿੱਚੋਂ ਫਿਰ ਗੁਰੂ ਦੇ ਉਪਦੇਸ਼ਾਂ ਦੇ ਨਾਲ ਉਪਦੇਸ਼ ਮੰਨਣੇ ਬੜੇ ਚੰਗੇ ਲੱਗਦੇ, ਪਤਾ ਲੱਗਦਾ ਹੈ ਜ਼ਿੰਦਗੀ ਦਾ ਅਸਲੀ ਮਕਸਦ ਤੇ ਅਸਲੀ ਮਿਸ਼ਨ ਹੀ ਇਹ ਹੈ। ਫਿਰ ਇਸ ਆਨੰਦ ਰਸ ਵਿੱਚ ਕੱਲ ਨੂੰ ਫਿਰ 368 ਵਿਚਾਰ, ਜਿੰਨੀ ਕੁ ਤੁੱਛ ਜੀ ਬਾਤ ਗੁਰਬਾਣੀ ਦੀ ਵਿਚਾਰ ਲੈ ਕੇ ਤੁਹਾਡੇ ਰਹਵਾਂਗਾ। ਤਦ ਤੱਕ ਲਈ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ